ਹਰਮਨ ਨੇ ਆਪਣੀ ਸੱਸ ਨੂੰ ਗੁੱਸੇ ਨਾਲ ਕਿਹਾ, "ਬੁੜੀਏ, ਅੱਖਾਂ ਕਿਸ ਨੂੰ ਕੱਢ ਰਹੀਆਂ ਐ? ਹੁਣ ਤਾਂ ਥੋੜਾ ਚਿਰ ਪਹਿਲਾਂ ਤੇਤੋਂ ਉੱਠਿਆ ਨਹੀਂ ਜਾ ਰਿਹਾ ਸੀ। ਹੁਣ ਤੇਰੇ 'ਚ ਤਾਕਤ ਆ ਗਈ ਕਿ ਤੂੰ ਮੈਨੂੰ ਨਖਰੇ ਦਿਖਾ ਰਹੀ ਹੈ। ਮੇਰੇ ਅੱਗੇ ਬਿਮਾਰ ਹੋਣ ਦਾ ਨਾਟਕ ਨਾ ਕਰ।" ਕਮਲਾ ਜੀ ਨੇ ਹੱਥ ਜੋੜ ਕੇ ਕਿਹਾ, "ਬਹੂ, ਅੱਜ ਉਹਨਾਂ ਲੋਕਾਂ ਨੂੰ ਮਨਾ ਕਰ ਦੇ। ਅੱਜ ਮੇਰੇ ਤੋਂ ਕੰਮ ਨਹੀਂ ਹੋਣਾ।" ਹਰਮਨ ਨੇ ਕਿਹਾ ਕਿ ਬੁੜੀਏ, ਤੇਰੀ ਹਿੰਮਤ ਕਿੱਦਾਂ ਹੋਈ ਮੈਨੂੰ ਮਨਾ ਕਰਨ ਦੀ? ਮੈਂ ਜੋ ਉਹਨਾਂ ਲੋਕਾਂ ਤੋਂ ਐਡਵਾਂਸ 'ਚ ਪੈਸੇ ਲਿੱਤੇ ਨੇ, ਉਸ ਨੂੰ ਵਾਪਸ ਕਰਨ ਲਈ ਕੀ ਤੂੰ ਆਪਣੇ ਮਰੇ ਹੋਏ ਘਰ ਵਾਲੇ ਨੂੰ ਉੱਪਰੋਂ ਬੁਲਾਵੇਂਗੀ? ਫਿਰ ਕਿਹਾ, "ਠੀਕ ਹੈ, ਨਾ ਜਾ। ਏਦਾਂ ਕਰ, ਜੋ ਤੂੰ ਇਹ ਸੋਨੇ ਦੀ ਚੇਨ ਪਾਈ ਏ ਮੈਨੂੰ ਦੇ ਦੇ। ਮੈਂ ਇਸ ਨੂੰ ਵੇਚ ਕੇ ਉਹਨਾਂ ਲੋਕਾਂ ਦੇ ਪੈਸੇ ਵਾਪਸ ਕਰਾਂ ਤੇ ਤੈਨੂੰ ਤੀਰਥ ਯਾਤਰਾ ਤੇ ਭੇਜ ਦੇਵਾਂ।" ਕਮਲਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹ ਕਹਿਣ ਲੱਗੀ, "ਨਹੀਂ, ਇਹ ਰਾਜੂ ਦੇ ਪਿਓ ਦੀ ਆਖਰੀ ਨਿਸ਼ਾਨੀ ਹੈ। ਇਹ ਮੈਂ ਤੈਨੂੰ ਨਹੀਂ ਦੇ ਸਕਦੀ।" ਇਹ ਕਹਿੰਦੇ ਹੋਏ ਕਮਲਾ ਜੀ ਦੇ ਪੈਰਾਂ ਵਿੱਚ ਬੈਠ ਕੇ ਰੋਣ ਲੱਗੀ, ਪਰ ਹਰਮਨ ਨੂੰ ਬਿਲਕੁਲ ਤਰਸ ਨਹੀਂ ਆਇਆ। ਉਸਨੇ ਗੁੱਸੇ ਵਿੱਚ ਹੱਥ ਅੱਗੇ ਕੀਤਾ ਤੇ ਕਮਲਾ ਜੀ ਦੇ ਮੂੰਹ ਤੇ ਥੱਪੜ ਮਾਰਿਆ। ਰਾਜੂ ਨੇ ਕਿਹਾ, "ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਮਾਂ ਨਾਲ ਏਦਾਂ ਕਰਨ ਦੀ?" ਹਰਮਨ ਆਵਾਜ਼ ਸੁਣ ਕੇ ਚੌਂਕ ਗਈ ਸੀ। ਉਸ ਨੂੰ ਧਿਆਨ ਨਹੀਂ ਸੀ ਕਿ ਸ਼ਾਮ ਹੋ ਗਈ ਤੇ ਰਾਜੂ ਦੇ ਆਉਣ ਦਾ ਸਮਾਂ ਹੋ ਗਿਆ ਸੀ। ਰਾਜੂ ਨੇ ਉਹਨਾਂ ਦੋਨਾਂ ਦੀਆਂ ਗੱਲਾਂ ਸੁਣ ਲਈਆਂ ਸੀ। ਫੇਰ ਤਾਂ ਜਿੱਦਾਂ ਘਰ 'ਚ ਭੁਚਾਲ ਹੀ ਆ ਗਿਆ ਹੋਵੇ। ਉਸਨੇ ਕਿਹਾ, "ਹਰਮਨ, ਅੱਜ ਤੂੰ ਆਪਣੀ ਹੱਦ ਪਾਰ ਕਰ ਦਿੱਤੀ। ਤੇਰੇ ਵਰਗੀ ਘਰਵਾਲੀ ਤੇ ਨੂੰਹ ਰੱਬ ਕਿਸੇ ਨੂੰ ਨਾ ਦੇਵੇ। ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਮਾਂ ਤੋਂ ਇਹ ਸਭ ਕਰਵਾਉਣ ਦੀ? ਗਲਤੀ ਨਾਲ ਤੈਨੂੰ ਪਰਮਾਤਮਾ ਨੇ ਔਰਤ ਬਣਾ ਦਿੱਤਾ। ਪਰਮਾਤਮਾ ਔਰਤ ਦੇ ਦਿਲ ਵਿੱਚ ਪਿਆਰ ਭਰਦਾ, ਫਿਰ ਉਹ ਆਪਣੀ ਮਾਂ ਬੱਚੇ ਲਈ ਹੋਵੇ ਜਾਂ ਕਿਸੇ ਹੋਰ ਦੀ ਮਾਂ ਲਈ।" ਉਸਨੇ ਕਿਹਾ ਕਿ ਫੇਰ ਕੀ ਹੋ ਗਿਆ? ਮੈਂ ਇਸ ਨੂੰ ਆਪਣੀ ਸਹੇਲੀ ਦੇ ਘਰ ਰੋਟੀ ਬਣਾਉਣ ਲਈ ਭੇਜਣਾ ਸੀ, ਉਹ ਵੀ ਪੈਸਿਆਂ ਲਈ। ਮੈਨੂੰ ਤਾਂ ਤੈਨੂੰ ਆਪਣੀ ਘਰਵਾਲੀ ਕਹਿੰਦੇ ਸ਼ਰਮ ਆਉਂਦੀ ਹੈ। ਹਰਮਨ ਰਾਜੂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਹੈ। ਹਰਮਨ ਨੇ ਕਿਹਾ, "ਮਾਂ ਆਪਣੇ ਲਈ ਵੀ ਤਾਂ ਰੋਟੀ ਬਣਾਉਂਦੀ ਹੈ। ਮੇਰੀ ਸਹੇਲੀ ਲਈ ਬਣਾ ਦੂਗੀ ਤਾਂ ਕੀ ਹੋ ਜਾਊਗਾ? ਉਹਨਾਂ ਦੇ ਹੱਥ ਘਿਸ ਜਾਣਗੇ। ਮੈਂ ਤਾਂ ਤੁਹਾਡੀ ਮਦਦ ਕਰ ਰਹੀ ਸੀ, ਕਿਉਂਕਿ ਤੁਸੀਂ ਘਰ ਵਿੱਚ ਇਕੱਲੇ ਕਮਾਉਣ ਵਾਲੇ ਹੋ। ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਵੱਧ ਰਿਹਾ ਹੈ, ਮਹਿੰਗਾਈ ਵੀ ਹੋ ਰਹੀ ਹੈ। ਤੁਹਾਨੂੰ ਤਾਂ ਕੁਝ ਨਹੀਂ ਪਤਾ। ਬਸ ਇੱਕ ਵਾਰੀ ਮਹੀਨੇ 'ਚ 20,000 ਰੁਪਇਆ ਦੇ ਕੇ ਕਹਿ ਦਿੰਦੇ ਹੋ, ਘਰ ਦਾ ਖਰਚਾ ਚੱਕ। ਮੇਰੇ ਤੋਂ ਪੁੱਛੋ।" ਰਾਜੂ ਨੇ ਕਿਹਾ, "ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਤਾਂ ਤੂੰ ਗਲਤੀ ਕਰਦੀ ਐ, ਉੱਤੋਂ ਬਕਵਾਸ ਕਰ ਰਹੀ ਐ। ਤੂੰ ਆਪਣੇ ਫਾਲਤੂ ਦੇ ਖਰਚੇ ਘੱਟ ਨਹੀਂ ਕਰ ਸਕਦੀ? ਤੇਰੇ ਉਹਨਾਂ ਖਰਚਿਆਂ ਨੂੰ ਪੂਰਾ ਕਰਨ ਲਈ ਮੇਰੀ ਮਾਂ ਨੇ ਜ਼ਿੰਮੇਵਾਰੀ ਨਹੀਂ ਲਿੱਤੀ। ਤੈਨੂੰ ਮੇਰੀ ਮਾਂ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ? ਘੱਟੋ ਘੱਟ ਆਪਣੀ ਹੀ ਇੱਜ਼ਤ ਰੱਖ ਲੈਂਦੀ। ਕਦੀ ਸੋਚਿਆ ਹੈ ਆਪਣੀ ਸੱਸ ਨੂੰ ਦੂਜਿਆਂ ਦੇ ਘਰ ਰੋਟੀ ਬਣਾਉਣ ਲਈ ਭੇਜੇਂਗੀ ਤਾਂ ਲੋਕ ਤੇਰੇ ਬਾਰੇ ਕੀ ਸੋਚਣਗੇ? ਹੇ ਪਰਮਾਤਮਾ, ਇਹ ਕਿਹੋ ਜਿਹੀ ਔਰਤ ਹੈ, ਨਾ ਇੱਕ ਚੰਗੀ ਘਰਵਾਲੀ ਬਣ ਸਕੀ ਤੇ ਨਾ ਇੱਕ ਚੰਗੀ ਨੂੰਹ। ਇਸ ਦੇ ਲਾਲਚ ਦੇ ਕਰਕੇ ਇਸ ਦੇ ਬੱਚੇ ਵੀ ਦੀ ਇੱਜ਼ਤ ਨਹੀਂ ਕਰਨਗੇ।" ਹਰਮਨ ਬੋਲੀ, "ਕਦੋਂ ਤੱਕ ਦਿਖਾਵੇ ਦੀ ਜ਼ਿੰਦਗੀ ਜੀਓਗੇ? ਜੇ 4 ਪੈਸੇ ਘਰ 'ਚ ਆਉਣਗੇ ਤਾਂ ਸਭ ਨੂੰ ਹੀ ਫਾਇਦਾ ਹੈ। ਜਦੋਂ ਤੁਹਾਡੀ ਮਾਂ ਨੂੰ ਕੋਈ ਦਿੱਕਤ ਨਹੀਂ ਤਾਂ ਤੈਨੂੰ ਕੀ ਦਿੱਕਤ ਹੈ?" ਰਾਜੂ ਨੇ ਕਿਹਾ, "ਮੈਂ ਤੈਨੂੰ ਆਖਰੀ ਵਾਰ ਕਿਹਾ ਹੈ, ਮੇਰੀ ਮਾਂ ਘਰ ਤੋਂ ਬਾਹਰ ਨਹੀਂ ਜਾਊਗੀ। ਜੇ ਤੂੰ ਦੁਬਾਰਾ ਏਦਾਂ ਕੀਤਾ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਫਿਰ ਨਾ ਤਾਂ ਮੈਂ ਬੱਚਿਆਂ ਬਾਰੇ ਸੋਚਣਾ ਹੈ ਤੇ ਨਾ ਤੇਰੇ ਬਾਰੇ।" ਹਰਮਨ ਨੇ ਕਿਹਾ, "ਹਾਂ, ਤੁਹਾਡੀ ਮਾਂ ਤਾਂ ਇਹੀ ਚਾਹੁੰਦੀ ਹੈ ਕਿ ਅਸੀਂ ਅਲੱਗ ਹੋ ਜਾਈਏ, ਇਸ ਘਰ ਤੇ ਇਹਨਾਂ ਦਾ ਰਾਜ ਚੱਲੇ।" ਹਰਮਨ ਨੇ ਆਪਣੀ ਸੱਸ ਨੂੰ ਕਿਹਾ, "ਹੋ ਗਈ ਤੁਹਾਡੇ ਦਿਲ ਦੀ ਮਰਜ਼ੀ ਪੂਰੀ, ਅੱਗ ਲਾ ਦਿੱਤੀ ਮੇਰੇ ਘਰ 'ਚ।" ਇੰਨਾ ਕਹਿ ਕੇ ਹਰਮਨ ਆਪਣੇ ਕਮਰੇ ਵਿੱਚ ਚਲੀ ਗਈ ਤੇ ਰਾਜੂ ਆਪਣੀ ਮਾਂ ਕਮਲਾ ਜੀ ਵੱਲ ਦੇਖ ਰਿਹਾ ਸੀ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ, ਪਰ ਉਹ ਕੁਝ ਨਹੀਂ ਕਹਿ ਰਹੀ ਸੀ। ਉਹ ਕਹਿਣ ਲੱਗਿਆ, "ਮਾਂ, ਇਹ ਬਹੁਤ ਗਲਤ ਕੀਤਾ ਤੁਸੀਂ। ਮੈਨੂੰ ਛੋਟੇ ਹੁੰਦੇ ਸਿਖਾਇਆ ਸੀ ਕਿ ਜ਼ੁਲਮ ਕਰਨਾ ਬੁਰੀ ਗੱਲ ਹੁੰਦੀ ਹੈ, ਪਰ ਮਾਂ, ਤੁਸੀਂ ਭੁੱਲ ਗਏ ਉਸ ਨੂੰ ਸਹਿਣਾ ਤਾਂ ਉਸ ਤੋਂ ਵੀ ਬੁਰੀ ਗੱਲ ਹੁੰਦੀ ਹੈ।" ਪੁੱਤ ਦੀ ਗੱਲ ਸੁਣ ਕੇ ਕਮਲਾ ਜੀ ਰੋਣ ਲੱਗੀ। "ਮਾਂ, ਤੁਹਾਨੂੰ ਮੇਰੀ ਸਹੁੰ ਹੈ, ਮੈਨੂੰ ਦੱਸੋ ਇਹ ਕਦੋਂ ਤੋਂ ਚੱਲ ਰਿਹਾ ਹੈ?" "ਪੁੱਤ, 3 ਮਹੀਨੇ ਪਹਿਲਾਂ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਮੈਂ ਤੇਰੀ ਮਾਸੀ ਦੇ ਨਾਲ ਤੀਰਥ ਯਾਤਰਾ ਕਰਨਾ ਚਾਹੁੰਦੀ ਹਾਂ, ਤੂੰ ਉਸ ਵਕਤ ਕਿਹਾ ਸੀ, ਮਾਂ ਹਾਲੇ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਹੈ, ਮੈਨੂੰ ਕੁਝ ਸਮਾਂ ਦੇ ਦਿਓ, ਮੈਂ ਪੈਸੇ ਇਕੱਠੇ ਕਰਕੇ ਤੁਹਾਨੂੰ ਮਾਸੀ ਨਾਲ ਭੇਜ ਦੇਵਾਂਗਾ। ਤੈਨੂੰ ਯਾਦ ਹੈ?" ਰਾਜੂ ਨੇ ਕਿਹਾ, "ਹਾਂ ਹਾਂ, ਯਾਦ ਹੈ ਮਾਂ। ਫਿਰ ਤੁਸੀਂ ਉਸ ਬਾਰੇ ਕੋਈ ਚਰਚਾ ਨਹੀਂ ਕੀਤੀ ਤੇ ਕੰਮ ਕਰਕੇ ਮੇਰੇ ਦਿਮਾਗ ਵਿੱਚੋਂ ਵੀ ਇਹ ਨਿਕਲ ਗਿਆ। ਪਰ ਮਾਂ, ਉਸ ਤੋਂ ਬਾਅਦ ਤਾਂ..." ਕਮਲਾ ਜੀ ਨੇ ਗੱਲ ਕੱਟਦੇ ਹੋਏ ਕਿਹਾ, "ਪੁੱਤ, ਇੱਕ ਦਿਨ ਮੇਰੇ ਕੋਲ ਹਰਮਨ ਆਈ ਤੇ ਉਸਨੇ ਕਿਹਾ, ਮੰਮੀ, ਘਰ ਦੇ ਖਰਚੇ ਵੱਧਦੇ ਜਾ ਰਹੇ ਨੇ, ਕਿਉਂ ਨਾ ਆਪਾਂ ਖਾਣਾ ਬਣਾਉਣ ਵਾਲੀ ਨੂੰ ਹਟਾ ਦਈਏ, ਆਪਾਂ ਦੋਨੋਂ ਮਿਲ ਕੇ ਰਸੋਈ ਦਾ ਕੰਮ ਕਰ ਲਿਆ ਕਰਾਂਗੇ। ਮੈਂ ਉਸ ਨੂੰ ਹਾਂ ਕਰ ਦਿੱਤੀ ਕਿ ਵੈਸੇ ਵੀ ਮੈਂ ਘਰ 'ਚ ਬੈਠੀ ਰਹਿੰਦੀ ਹਾਂ। ਫਿਰ ਹਰਮਨ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਤੀਰਥ ਯਾਤਰਾ ਤੇ ਜਾਣਾ ਹੈ, ਜੇ ਤੁਸੀਂ ਮੇਰਾ ਸਾਥ ਦੇਵੋਗੇ
ਤਾਂ ਮੈਂ ਤੁਹਾਨੂੰ ਉੱਥੇ ਭੇਜ ਦੇਵਾਂਗੀ। ਕਮਲਾ ਜੀ ਨੇ ਕਿਹਾ, ਮੈਂ ਹਰਮਨ ਨੂੰ ਵਾਅਦਾ ਕੀਤਾ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਨਾਲ ਇੱਦਾਂ ਕਰੂਗੀ। ਇੱਕ ਦਿਨ ਜਦੋਂ ਕਮਲਾ ਜੀ ਰੋਟੀ ਬਣਾ ਰਹੀ ਸੀ ਤਾਂ ਰਾਜੂ ਨੇ ਕਿਹਾ, ਮਾਂ ਤੁਸੀਂ ਕਿਉਂ ਬਣਾ ਰਹੇ ਹੋ, ਕੰਮ ਵਾਲੀ ਕਿੱਥੇ ਗਈ? ਕਮਲਾ ਜੀ ਨੇ ਕਿਹਾ, ਹਰਮਨ ਨੇ ਉਸ ਨੂੰ ਕੱਢ ਦਿੱਤਾ। ਉਹ ਰੋਟੀ ਚੰਗੀ ਨਹੀਂ ਬਣਾਉਂਦੀ ਸੀ। ਫਾਲਤੂ ਵਿੱਚ ਪੈਸੇ ਵੀ ਬਰਬਾਦ ਹੋ ਰਹੇ ਸੀ ਤੇ ਬੱਚੇ ਵੀ ਬਿਮਾਰ ਰਹਿੰਦੇ ਸੀ। ਰਾਜੂ ਨੇ ਆਪਣੀ ਫਿਕਰ ਮਾਂ ਲਈ ਜਤਾਈ ਤਾਂ ਕਮਲਾ ਜੀ ਨੇ ਕਿਹਾ, ਮੈਨੂੰ ਕੋਈ ਦਿੱਕਤ ਨਹੀਂ, ਤੂੰ ਮੇਰੀ ਫਿਕਰ ਨਾ ਕਰ, ਹਰਮਨ ਮੇਰੀ ਮਦਦ ਕਰ ਦਿੰਦੀ ਹੈ, ਤੂੰ ਬਸ ਆਪਣਾ ਕੰਮ ਧਿਆਨ ਨਾਲ ਕਰ। ਪੁੱਤ ਮੰਨ ਗਿਆ ਤੇ ਚਲਾ ਗਿਆ। ਕਰੀਬ 10 ਦਿਨ ਬਾਅਦ ਹਰਮਨ ਦੇ ਘਰ ਵਿੱਚ ਕਿੱਟੀ ਪਾਰਟੀ ਸੀ। ਉਸ ਦੀਆਂ ਸਹੇਲੀਆਂ ਨੇ ਉਸ ਦੀ ਸੱਸ ਦੇ ਹੱਥ ਤੋਂ ਬਣੇ ਖਾਣੇ ਦੀ ਬਹੁਤ ਤਾਰੀਫ ਕੀਤੀ। ਹਰਮਨ ਦੇ ਦਿਮਾਗ ਵਿੱਚ ਇੱਕ ਸਕੀਮ ਆਈ। ਉਸ ਨੇ ਆਪਣੀ ਸਹੇਲੀਆਂ ਨੂੰ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਪਾਰਟੀ ਵਿੱਚ ਵੀ ਇਦਾਂ ਦਾ ਖਾਣਾ ਬਣੇ ਤਾਂ ਤੁਹਾਨੂੰ ਪੈਸੇ ਖਰਚ ਕਰਨੇ ਹੋਣਗੇ। ਉਸ ਦੀਆਂ ਸਹੇਲੀਆਂ ਮੰਨ ਗਈਆਂ। 2 ਦਿਨ ਬਾਅਦ ਕਮਲਾ ਜੀ ਜਦੋਂ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਹਰਮਨ ਉਹਨਾਂ ਦੇ ਕੋਲ ਗਈ ਤੇ ਕਿਹਾ, ਮਾਂ ਜਾ ਕੇ ਆਰਾਮ ਕਰ ਲਓ, ਕੰਮ ਮੈਂ ਕਰ ਦੇਵਾਂਗੀ। ਹਰਮਨ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਕਮਲਾ ਜੀ ਖੁਸ਼ ਹੋ ਗਈ। ਜਦੋਂ ਸਾਰਾ ਕੰਮ ਖਤਮ ਹੋ ਗਿਆ ਤਾਂ ਹਰਮਨ ਕਮਲਾ ਜੀ ਦੇ ਕੋਲ ਉਸ ਦੇ ਕਮਰੇ ਵਿੱਚ ਗਈ ਅਤੇ ਥੋੜੀ ਦੇਰ ਬਾਅਦ ਉਹਨਾਂ ਨੂੰ ਚਾਹ ਦਾ ਕੱਪ ਦਿੰਦੇ ਹੋਏ ਕਿਹਾ ਕਿ ਮੰਮੀ ਤੁਸੀਂ ਆਪਣਾ ਧਿਆਨ ਰੱਖਿਆ ਕਰੋ। ਕਮਲਾ ਜੀ ਬਹੁਤ ਖੁਸ਼ ਹੋ ਰਹੀ ਸੀ ਕਿ ਮੇਰੀ ਨੂੰਹ ਮੇਰਾ ਬਹੁਤ ਧਿਆਨ ਰੱਖਦੀ ਹੈ ਅਤੇ ਰਾਜੂ ਮੇਰੇ ਲਈ ਬੇਕਾਰ ਹੀ ਪਰੇਸ਼ਾਨ ਹੁੰਦਾ ਹੈ। ਤੇਰੇ ਵਰਗੀ ਨੂੰ ਰੱਬ ਸਭ ਨੂੰ ਦੇਵੇ। ਹਰਮਨ ਮੁਸਕਰਾ ਕੇ ਕਹਿਣ ਲੱਗੀ, ਮੰਮੀ ਉਸ ਦਿਨ ਜਿਹੜੀ ਮੇਰੀ ਸਹੇਲੀ ਆਈ ਸੀ ਉਹ ਬਹੁਤ ਪੈਸੇ ਵਾਲੀ ਹੈ, ਉਸ ਨੂੰ ਤੁਹਾਡੇ ਹੱਥ ਦਾ ਖਾਣਾ ਬਹੁਤ ਪਸੰਦ ਆਇਆ। ਕਮਲਾ ਜੀ ਇਹ ਸੁਣ ਕੇ ਖੁਸ਼ ਹੋ ਗਈ। ਹਰਮਨ ਨੇ ਕਿਹਾ, ਮੰਮੀ ਮੈਂ ਕਹਿ ਰਹੀ ਸੀ ਕਿ ਆਪਣੇ ਘਰ ਦਾ ਕੰਮ ਕਰਕੇ ਆਪਾਂ ਕਿੰਨੇ ਪੈਸੇ ਬਚਾ ਲਵਾਂਗੇ, ਤੁਹਾਡੀ ਤੀਰਥ ਯਾਤਰਾ ਲਈ ਕਿੰਨੇ ਪੈਸੇ ਜੋੜ ਲਵਾਂਗੇ, ਆਪਾਂ ਨੂੰ ਕੁਝ ਹੋਰ ਕਰਨਾ ਪੈਣਾ। ਕਮਲਾ ਜੀ ਨੇ ਹੈਰਾਨੀ ਨਾਲ ਕਿਹਾ, ਪਰ ਬਹੂ ਮੈਂ ਤਾਂ ਪੜ੍ਹੀ ਲਿਖੀ ਨਹੀਂ, ਮੈਨੂੰ ਤਾਂ ਕੁਝ ਨਹੀਂ ਆਉਂਦਾ, ਬਸ ਰਸੋਈ ਦਾ ਕੰਮ ਹੀ ਆਉਂਦਾ ਹੈ, ਤੂੰ ਦੱਸ ਆਪਾਂ ਕੀ ਕਰ ਸਕਦੇ ਹਾਂ। ਹਰਮਨ ਨੇ ਆਪਣੀ ਪੂਰੀ ਸਕੀਮ ਕਮਲਾ ਜੀ ਨੂੰ ਦੱਸੀ। ਉਸ ਨੇ ਕਿਹਾ, ਜੇ ਤੁਸੀਂ ਮੇਰੀ ਸਹੇਲੀ ਦੇ ਘਰ ਜਾ ਕੇ ਕਿੱਟੀ ਪਾਰਟੀ ਵਿੱਚ ਖਾਣਾ ਬਣਾਓਗੇ ਤਾਂ ਉਹ ਆਪਾਂ ਨੂੰ 10,000 ਰੁਪਏ ਦਿਆ ਕਰੂਗੀ। ਉੱਪਰੋਂ ਜੇ ਤੁਸੀਂ ਖਾਣਾ ਬਣਾਓਗੇ ਤਾਂ ਘਰ ਲਈ ਵੀ ਲੈ ਕੇ ਆ ਸਕਦੇ ਹੋ। ਤੁਹਾਨੂੰ ਕੀ ਲੱਗਦਾ ਹੈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਇੱਕ ਪਲ ਲਈ ਕਮਲਾ ਜੀ ਚੁੱਪ ਹੋ ਗਈ ਤੇ ਕਹਿਣ ਲੱਗੀ, ਬਹੂ ਦੂਜਿਆਂ ਦੇ ਘਰ ਜਾ ਕੇ ਰੋਟੀ ਬਣਾਉਣਾ ਕੀ ਠੀਕ ਰਹੂਗਾ? ਲੋਕ ਕੀ ਕਹਿਣਗੇ? ਤੇਰੀਆਂ ਸਹੇਲੀਆਂ ਤੇਰਾ ਮਜ਼ਾਕ ਨਹੀਂ ਬਣਾਉਣਗੀਆਂ? ਹਰਮਨ ਨੇ ਕਿਹਾ, ਨਹੀਂ ਮੰਮੀ, ਅੱਜ ਕੱਲ੍ਹ ਤਾਂ ਬਿਜ਼ਨਸ ਚੱਲ ਰਿਹਾ ਹੈ, ਚੰਗੇ ਚੰਗੇ ਲੋਕ ਦੂਜਿਆਂ ਦੇ ਘਰ ਜਾ ਕੇ ਖਾਣਾ ਬਣਾਉਂਦੇ ਨੇ ਤੇ ਪੈਸੇ ਕਮਾਉਂਦੇ ਨੇ। ਹੁਣ ਮੈਨੂੰ ਤਾਂ ਕੁਝ ਆਉਂਦਾ ਨਹੀਂ ਤਾਂ ਮੈਂ ਹੀ ਬਣਾ ਦਿੰਦੀ। ਮੈਂ ਤਾਂ ਬਸ ਤੁਹਾਨੂੰ ਤੀਰਥ ਯਾਤਰਾ ਤੇ ਭੇਜਣਾ ਚਾਹੁੰਦੀ ਹਾਂ। ਤੁਹਾਡੇ ਪੁੱਤ ਦੀ ਕਮਾਈ ਇੰਨੀ ਨਹੀਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ। ਪਹਿਲਾਂ ਤਾਂ ਘਰ ਦਾ ਖਰਚਾ ਤੇ ਬੱਚਿਆਂ ਦੀ ਪੜ੍ਹਾਈ ਤੇ ਦੂਜਾ ਤੁਹਾਡੀ ਦਵਾਈ ਦਾ ਕਿੰਨਾ ਬੋਝ ਹੈ। ਇੰਨਾ ਕਹਿ ਕੇ ਹਰਮਨ ਰੋਣ ਦਾ ਨਾਟਕ ਕਰਨ ਲੱਗੀ ਤੇ ਕਮਲਾ ਜੀ ਨੇ ਕਿਹਾ, ਤੂੰ ਉਦਾਸ ਨਾ ਹੋ, ਜੇ ਤੂੰ ਕਿਹਾ ਹੈ ਤਾਂ ਕੁਝ ਸੋਚ ਸਮਝ ਕੇ ਕਿਹਾ ਹੋਊਗਾ। ਠੀਕ ਹੈ, ਮੈਂ ਚਲੀ ਜਾਊਂਗੀ। ਕਮਲਾ ਜੀ ਨੇ ਹਾਮੀ ਭਰ ਦਿੱਤੀ ਸੀ। ਹਰਮਨ ਵਿੱਚੋਂ ਵਿੱਚ ਖੁਸ਼ ਹੋ ਰਹੀ ਸੀ। ਬਸ ਤੂੰ ਧਿਆਨ ਰੱਖੀ, ਰਾਜੂ ਨੂੰ ਇਹ ਗੱਲ ਦਾ ਪਤਾ ਨਾ ਲੱਗੇ, ਉਸ ਨੂੰ ਬਹੁਤ ਦੁੱਖ ਹੋਊਗਾ। ਉਸ ਨੂੰ ਲੱਗਣਾ ਕਿ ਉਹ ਆਪਣੀ ਮਾਂ ਲਈ ਕੁਝ ਨਹੀਂ ਕਰ ਪਾਇਆ। ਆਪਣੇ ਬੱਚੇ ਨੂੰ ਮੈਂ ਦੁੱਖ ਨਹੀਂ ਦੇਣਾ ਚਾਹੁੰਦੀ। ਹਰਮਨ ਨੇ ਹੱਸ ਕੇ ਕਿਹਾ, ਹਾਂ ਤੁਸੀਂ ਬੇਫਿਕਰ ਰਹੋ, ਇਸ ਗੱਲ ਦੀ ਖਬਰ ਰਾਜੂ ਨੂੰ ਨਹੀਂ ਹੋਵੇਗੀ। ਹਰਮਨ ਦੇ ਦਿਲ ਵਿੱਚ ਲੱਡੂ ਫੁੱਟ ਰਹੇ ਸੀ। ਅਗਲੇ ਹੀ ਦਿਨ ਉਸਨੇ ਕਮਲਾ ਜੀ ਨੂੰ ਆਪਣੀ ਸਹੇਲੀ ਦੇ ਘਰ ਭੇਜ ਦਿੱਤਾ ਤੇ ਨੋਟ ਜੇਬ ਵਿੱਚ ਰੱਖ ਲਿੱਤੇ। ਸਮਾਂ ਬੀਤਦਾ ਗਿਆ। ਕਮਲਾ ਜੀ ਮਹੀਨੇ ਵਿੱਚ ਇੱਕ ਵਾਰੀ ਕਿਸੇ ਦੇ ਘਰ ਜਾਂਦੀ। ਹੌਲੀ ਹੌਲੀ ਉਹਨਾਂ ਨੇ ਛੋਟੀਆਂ ਮੋਟੀਆਂ ਪਾਰਟੀਆਂ ਲਈ ਦੂਜਿਆਂ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਸੀ। ਕਮਲਾ ਜੀ ਦੀ ਸਿਹਤ ਵੀ ਖਰਾਬ ਹੋ ਗਈ ਸੀ। ਥਕਾਨ ਉਹਨਾਂ ਦੇ ਮੂੰਹ ਤੋਂ ਸਾਫ਼ ਦਿਸਦੀ ਸੀ, ਪਰ ਹਰਮਨ ਨੂੰ ਇਸ ਤੋਂ ਕੀ ਲੈਣਾ ਸੀ? ਉਸ ਨੂੰ ਸਿਰਫ ਪੈਸੇ ਚਾਹੀਦੇ ਸੀ। ਏਦਾਂ ਹੀ 3-4 ਮਹੀਨੇ ਹੋ ਗਏ। ਇੱਕ ਦਿਨ ਕਮਲਾ ਜੀ ਆਪਣੇ ਕਮਰੇ ਤੋਂ ਬਾਹਰ ਆ ਰਹੀ ਸੀ ਕਿ ਅਚਾਨਕ ਉਹਨਾਂ ਨੂੰ ਚੱਕਰ ਆਉਣ ਲੱਗੇ ਤਾਂ ਉਹਨਾਂ ਦੇ ਪੁੱਤ ਨੇ ਉਹਨਾਂ ਨੂੰ ਫੜਿਆ ਤੇ ਬਿਠਾਉਂਦਿਆਂ ਹੋਏ ਕਿਹਾ, ਮਾਂ ਤੁਸੀਂ ਆਪਣਾ ਚਿਹਰਾ ਸ਼ੀਸ਼ੇ 'ਚ ਦੇਖਿਆ? ਕਿੰਨਾ ਥੱਕਿਆ ਥੱਕਿਆ ਲੱਗਦਾ। ਤੁਸੀਂ ਠੀਕ ਨਾਲ ਖਾਣਾ ਨਹੀਂ ਖਾਂਦੇ। ਮੈਂ ਕਹਿ ਰਿਹਾ ਹਾਂ ਕੰਮ ਵਾਲੀ ਨੂੰ ਫੇਰ ਤੋਂ ਰੱਖ ਲਓ, ਇਸ ਉਮਰ ਵਿੱਚ ਆਰਾਮ ਕਰਨਾ ਚਾਹੀਦਾ ਹੈ ਤੇ ਤੁਸੀਂ ਸਾਰੇ ਘਰ ਦੀ ਜ਼ਿੰਮੇਵਾਰੀ ਚੁੱਕੀ ਬੈਠੇ ਹੋ। ਇਹ ਕਹਿ ਕੇ ਰਾਜੂ ਆਪਣੀ ਮਾਂ ਲਈ ਫਿਕਰ ਜਤਾ ਰਿਹਾ ਸੀ। ਰਾਜੂ ਨੇ ਹਰਮਨ ਨੂੰ ਆਵਾਜ਼ ਮਾਰੀ ਕਿ ਹਰਮਨ ਕਿੱਥੇ ਹੈ? ਤਾਂ ਹਰਮਨ ਨੇ ਕਿਹਾ, ਕੀ ਗੱਲ ਹੈ? ਮੈਂ ਪੂਰਾ ਦਿਨ ਕੰਮ ਕਰਦੀ ਥੱਕ ਜਾਂਦੀ ਹਾਂ, ਤੁਸੀਂ ਮੈਨੂੰ ਆਰਾਮ ਨਹੀਂ ਕਰਨ ਦਿੰਦੇ। ਹੁਣ ਤਾਂ ਤੁਹਾਡੇ ਦਫ਼ਤਰ ਜਾਣ ਦਾ ਸਮਾਂ ਹੈ। ਰਾਜੂ ਨੇ ਕਿਹਾ, ਮਾਂ ਦੀ ਹਾਲਤ ਦੇਖ ਰਹੀ ਹੈ ਕਿੰਨੀ ਖਰਾਬ ਹੋ ਰਹੀ ਹੈ,
ਕੰਮ ਕਰਨ ਵਾਲੀ ਦੁਬਾਰਾ ਰੱਖੋ। ਮਾਂ ਨੂੰ ਆਰਾਮ ਕਰਨ ਦੇ, ਜੇ ਕੋਈ ਨਹੀਂ ਮਿਲਦੀ ਤਾਂ ਤੂੰ ਆਪ ਬਣਾ ਲੈ। ਹਰਮਨ ਨੇ ਕਿਹਾ, ਤੁਸੀਂ ਤਾਂ ਇਦਾਂ ਕਹਿ ਰਹੇ ਹੋ ਜਿੱਦਾਂ ਮੈਂ ਕੁਝ ਨਹੀਂ ਕਰਦੀ। ਸਾਰੇ ਘਰ ਦਾ ਕੰਮ ਬਸ ਮੰਮੀ ਹੀ ਕਰਦੀ ਹੈ। ਸਵੇਰੇ ਸਵੇਰੇ ਇੰਨੀ ਛੋਟੀ ਗੱਲ ਤੇ ਹੀ ਮੈਨੂੰ ਜਗਾ ਦਿੱਤਾ। ਹੁਣ ਪੂਰਾ ਦਿਨ ਮੇਰੇ ਸਿਰ 'ਚ ਦਰਦ ਹੁੰਦਾ ਰਹੂਗਾ। ਹਰਮਨ ਨੇ ਇਹ ਗੱਲ ਜਦੋਂ ਰਾਜੂ ਨੂੰ ਕਹੀ ਤਾਂ ਮੰਮੀ ਨੂੰ ਕੀ ਹੋਇਆ, ਠੀਕ ਤਾਂ ਲੱਗ ਰਹੀ ਹੈ। ਚਾਹ ਪਾਣੀ ਪੀ ਲੈਣਗੇ ਤਾਂ ਆਪੇ ਠੀਕ ਹੋ ਜਾਣਗੇ। ਤੁਸੀਂ ਮੰਮੀ ਨੂੰ ਪਾਣੀ ਪਿਲਾ ਦਿਓ, ਫਿਰ ਮੈਂ ਚਾਹ ਬਣਾਉਣੀ ਆ। ਇੰਨਾ ਕਹਿ ਕੇ ਹਰਮਨ ਚਲੀ ਗਈ ਤੇ ਜਦੋਂ ਉਸਨੇ ਚਾਹ ਬਣਾ ਕੇ ਰੱਖ ਦਿੱਤੀ, ਰਾਜੂ ਨੇ ਕਿਹਾ, ਅੱਜ ਕੱਲ੍ਹ ਘਰ ਵਿੱਚ ਇਹ ਕਿੱਦਾਂ ਦਾ ਖਾਣਾ ਖਾਇਆ ਜਾ ਰਿਹਾ ਹੈ। ਪਹਿਲਾਂ ਤਾਂ ਕਦੀ ਇਹੋ ਜਿਹਾ ਖਾਣਾ ਨਹੀਂ ਸੀ ਬਣਦਾ, ਪਰ ਅੱਜ ਕੱਲ੍ਹ ਆਪਾਂ ਪਾਰਟੀਆਂ ਵਾਲਾ ਖਾਣਾ ਖਾ ਰਹੇ ਹਾਂ। ਤੂੰ ਇਦਾਂ ਦਾ ਖਾਣਾ ਬਣਾਉਂਦੀ ਹੀ ਕਿਉਂ ਹੈ? ਮਾਂ ਨੂੰ ਸਾਦਾ ਖਾਣ ਦੀ ਆਦਤ ਹੈ, ਇਸ ਗੱਲ ਦਾ ਧਿਆਨ ਰੱਖ। ਮਾਂ ਬਿਮਾਰ ਪੈ ਗਈ ਤੇ ਹਸਪਤਾਲ ਦੇ ਚੱਕਰ ਲਾਉਣੇ ਪੈਣਗੇ। ਫਿਰ ਰਾਜੂ ਨੇ ਮਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਪਿਲਾ ਕੇ ਦਫ਼ਤਰ ਚਲਾ ਗਿਆ। ਅਗਲੇ ਦਿਨ ਸ਼ਾਮ ਨੂੰ ਕਮਲਾ ਜੀ ਦੀ ਸਿਹਤ ਠੀਕ ਨਹੀਂ ਲੱਗ ਰਹੀ ਸੀ। ਸ਼ਾਮ ਨੂੰ ਜਦੋਂ ਆਪਣੇ ਕਮਰੇ ਵਿੱਚ ਪਈ ਸੀ ਤਾਂ ਹਰਮਨ ਉਹਨਾਂ ਦੇ ਕੋਲ ਗਈ ਤੇ ਚਾਹ ਦਿੰਦੇ ਹੋਏ ਕਹਿਣ ਲੱਗੀ, ਮੇਰੀ ਸਹੇਲੀ ਦੇ ਘਰ ਕਿੱਟੀ ਪਾਰਟੀ ਹੈ। ਜੇ ਇਦਾਂ ਹੀ ਚੱਲਦਾ ਰਿਹਾ ਤਾਂ ਤੁਹਾਡੀ ਤੀਰਥ ਯਾਤਰਾ ਕਿਵੇਂ ਹੋਊਗੀ? ਕਮਲਾ ਜੀ ਨੇ ਕਿਹਾ, ਮੇਰੀ ਸਿਹਤ ਠੀਕ ਨਹੀਂ, ਮੇਰੇ ਤੋਂ ਖੜਾ ਨਹੀਂ ਹੋਇਆ ਜਾ ਰਿਹਾ। ਮੈਂ ਦੂਜੇ ਦੇ ਘਰ ਜਾ ਕੇ ਕੀ ਕੰਮ ਕਰੂੰਗੀ? ਜੇ ਮੇਰੀ ਸਿਹਤ ਹੀ ਖਰਾਬ ਹੋ ਗਈ ਤਾਂ ਮੈਂ ਤੀਰਥ ਯਾਤਰਾ ਕਿੱਦਾਂ ਕਰੂੰਗੀ? ਮੈਂ ਤਾਂ ਹਸਪਤਾਲ ਪਹੁੰਚ ਜਾਊਂਗੀ। ਹਰਮਨ ਨੇ ਕਿਹਾ, ਮੰਮੀ ਜੀ ਤੁਹਾਡਾ ਦਿਮਾਗ ਸਹੀ ਹੈ। ਮੈਂ ਆਪਣੀ ਸਹੇਲੀ ਤੋਂ ਐਡਵਾਂਸ ਲੈ ਲਿਆ ਹੈ। ਮੈਂ ਉਸ ਨੂੰ ਪੈਸੇ ਕਿੱਥੋਂ ਵਾਪਸ ਕਰੂੰਗੀ? ਹੁਣ ਤੁਹਾਨੂੰ ਉਸ ਦੇ ਘਰ ਜਾਣਾ ਹੀ ਪਊਗਾ। ਇਹ ਲਾਪਰਵਾਹੀ ਨਹੀਂ ਚੱਲ ਸਕਦੀ। ਖਾਣਾ ਤਾਂ ਤੁਸੀਂ ਤਿੰਨੇ ਵਕਤ ਖਾ ਰਹੇ ਹੋ, ਫਿਰ ਬਿਮਾਰ ਕਿੱਦਾਂ ਹੋ ਗਏ? ਘਰ ਦਾ ਕੋਈ ਕੰਮ ਤਾਂ ਤੁਹਾਡੇ ਤੋਂ ਹੁੰਦਾ ਨਹੀਂ, ਘੱਟੋ ਘੱਟ ਬਾਹਰ ਦਾ ਤਾਂ ਕਰ ਲਓ। ਮੈਂ ਸੋਚਿਆ ਸੀ ਘੱਟੋ ਘੱਟ ਤੁਹਾਡੇ ਹੋਣ ਦਾ ਕੁਝ ਫਾਇਦਾ ਹੋਊਗਾ। ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਘਰ ਬਹਿ ਕੇ ਬਾਸੀ ਰੋਟੀਆਂ ਖਾਓਗੇ। ਤੇ ਅਜਿਹੇ ਸ਼ਬਦ ਸੁਣ ਕੇ ਕਮਲਾ ਜੀ ਨੇ ਹੈਰਾਨੀ ਨਾਲ ਕਿਹਾ, ਤੂੰ ਮੈਨੂੰ ਲਾਲਚ ਦੇ ਕੇ ਬਸ ਕੰਮ ਕਰਵਾ ਰਹੀ ਹੈ। ਤੇਰਾ ਇਰਾਦਾ ਮੈਨੂੰ ਤੀਰਥ ਸਥਾਨ ਤੇ ਭੇਜਣ ਦਾ ਨਹੀਂ, ਬਲਕਿ ਪੈਸੇ ਕਮਾਉਣਾ ਸੀ। ਹਰਮਨ ਨੇ ਗੁੱਸੇ 'ਚ ਕਿਹਾ, ਇਹ ਅੱਖਾਂ ਕਿਸ ਨੂੰ ਦਿਖਾ ਰਹੀ ਹੈ? ਹੁਣ ਤਾਂ ਤੇਰੇ ਤੋਂ ਉੱਠਿਆ ਨਹੀਂ ਜਾ ਰਿਹਾ ਸੀ ਤੇ ਹੁਣ ਤੂੰ ਮੈਨੂੰ ਇੰਨਾ ਕੁਝ ਬੋਲ ਕੇ ਸੁਣਾ ਰਹੀ ਹੈ। ਹੁਣ ਤੇਰੇ 'ਚ ਹਿੰਮਤ ਵੀ ਆ ਗਈ ਸੀ ਬੋਲਣ ਦੀ। ਮੈਂ 4 ਲੋਕਾਂ ਤੋਂ ਐਡਵਾਂਸ ਲਿੱਤਾ ਹੈ, ਉਹਨਾਂ ਦੇ ਪੈਸੇ ਚੁਕਾਉਣ ਲਈ। ਕੀ ਤੇਰਾ ਘਰ ਵਾਲਾ ਉੱਪਰ ਤੋਂ ਨੀਚੇ ਆਊਗਾ? ਤੂੰ ਸੋਨੇ ਦੀ ਚੇਨ ਪਾਈ ਹੈ, ਉਹ ਮੈਨੂੰ ਦੇ ਦੇ। ਇਸ ਨੂੰ ਵੇਚ ਕੇ ਮੈਂ ਉਹਨਾਂ ਦੇ ਪੈਸੇ ਵਾਪਸ ਕਰ ਦਾਂਗੀ। ਕਮਲਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ, ਨਹੀਂ, ਇਹ ਰਾਜੂ ਦੇ ਪਿਓ ਦੀ ਆਖਰੀ ਨਿਸ਼ਾਨੀ ਹੈ। ਇਸ ਨੂੰ ਮੈਂ ਨਹੀਂ ਦਵਾਂਗੀ। ਕੀ ਤੁਹਾਨੂੰ ਆਪਣੇ ਪੁੱਤ ਤੇ ਭਰੋਸਾ ਨਹੀਂ ਸੀ? ਮੈਂ ਤਾਂ ਮਾਸੀ ਨਾਲ ਵੀ ਗੱਲ ਕਰ ਲਈ ਸੀ ਕਿ ਤੁਹਾਨੂੰ ਯਾਤਰਾ ਲਈ ਟਿਕਟ ਲੈ ਕੇ ਦੇਣੀ ਸੀ। ਮੈਂ ਉਸ ਦਿਨ ਤੁਹਾਨੂੰ ਦੱਸ ਰਿਹਾ ਸੀ, ਪਰ ਤੁਸੀਂ ਮੇਰੀ ਗੱਲ ਹੀ ਕੱਟ ਦਿੱਤੀ। ਰਾਜੂ ਦੀਆਂ ਅੱਖਾਂ ਵਿੱਚ ਹੰਝੂ ਸੀ, ਕਮਲਾ ਜੀ ਦੀਆਂ ਅੱਖਾਂ ਵਿੱਚ ਹੰਝੂ ਸੀ ਕਿ ਪੁੱਤ ਤੂੰ ਆਪਣੇ ਆਪ ਨੂੰ ਦੋਸ਼ ਨਾ ਦੇ। ਗਲਤੀ ਮੇਰੀ ਹੈ ਜੋ ਮੈਂ ਹਰਮਨ ਦੀਆਂ ਗੱਲਾਂ 'ਚ ਆ ਗਈ। ਤੂੰ ਉਸ ਨੂੰ ਵੀ ਮਾਫ਼ ਕਰ ਦੇ। ਹੁਣ ਦੁਬਾਰਾ ਉਹ ਗਲਤੀ ਨਹੀਂ ਕਰੂਗੀ। ਹਰ ਬੰਦੇ ਤੋਂ ਗਲਤੀ ਹੋ ਜਾਂਦੀ ਹੈ। ਰਾਜੂ ਨੂੰ ਹੋਰ ਗੁੱਸਾ ਆ ਗਿਆ ਸੀ। ਨਹੀਂ ਮਾਂ, ਇਹ ਔਰਤ ਨਾ ਤਾਂ ਕਿਸੇ ਦੀ ਘਰਵਾਲੀ ਬਣ ਸਕਦੀ ਹੈ ਤੇ ਨਾ ਹੀ ਇਹ ਨੂੰਹ ਬਣ ਸਕਦੀ ਹੈ। ਇਸ ਨੂੰ ਅੱਜ ਮੈਂ ਇਸ ਦੇ ਭਰਾ ਨੂੰ ਫੋਨ ਕਰਦਾ ਹਾਂ ਕਿ ਇਸ ਨੂੰ ਲੈ ਜਾਵੇ। ਇਸ ਦਾ ਪਰਛਾਵਾਂ ਮੇਰੇ ਬੱਚਿਆਂ ਤੇ ਨਹੀਂ ਪੈਣਾ ਚਾਹੀਦਾ। ਕੱਲ ਨੂੰ ਉਹ ਮੇਰੇ ਨਾਲ ਇਹ ਸਭ ਕਰਨਗੇ ਜੋ ਤੁਹਾਡੇ ਨਾਲ ਇਸ ਨੇ ਕੀਤਾ। ਰਾਜੂ ਨੇ ਆਪਣੀ ਮਾਂ ਦੀ ਇੱਕ ਨਾ ਸੁਣੀ ਤੇ ਹਰਮਨ ਦੇ ਭਰਾ ਨੂੰ ਫੋਨ ਕਰਕੇ ਸਭ ਦੱਸ ਦਿੱਤਾ। ਹਰਮਨ ਦੇ ਭਰਾ ਤੇ ਉਸਦੇ ਮਾਪਿਓ ਨੇ ਹਰਮਨ ਨੂੰ ਫੋਨ ਤੇ ਬਹੁਤ ਕੁਝ ਕਿਹਾ ਤੇ ਕਿਹਾ ਕਿ ਜੇ ਤੂੰ ਆਪਣੇ ਘਰ ਵਾਲੇ ਤੇ ਸੱਸ ਨਾਲ ਚੰਗੇ ਤਰੀਕੇ ਨਾਲ ਨਹੀਂ ਰਹਿਣਾ ਤਾਂ ਸਾਡੇ ਘਰ ਵੀ ਆਉਣ ਦੀ ਕੋਈ ਲੋੜ ਨਹੀਂ। ਹਰਮਨ ਸੁਣ ਕੇ ਬਹੁਤ ਦੁਖੀ ਹੋ ਗਈ ਸੀ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਸਨੇ ਕਮਲਾ ਜੀ ਦੇ ਪੈਰ ਫੜ ਕੇ ਮਾਫ਼ੀ ਮੰਗੀ ਤੇ ਰਾਜੂ ਨੂੰ ਕਿਹਾ ਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਪੈਸਿਆਂ ਦੇ ਲਾਲਚ ਆ ਕੇ ਮੈਂ ਮਾਂ ਨਾਲ ਚੰਗਾ ਸਲੂਕ ਨਹੀਂ ਕੀਤਾ। ਮੈਂ ਆਪਣੀ ਸਹੇਲੀਆਂ ਨੂੰ ਦੇਖ ਕੇ ਉਹਨਾਂ ਵਰਗਾ ਬਣਨਾ ਚਾਹੁੰਦੀ ਸੀ, ਜੋ ਮੇਰੀ ਸਭ ਤੋਂ ਵੱਡੀ ਗਲਤੀ ਸੀ। ਮੈਨੂੰ ਮਾਫ਼ ਕਰ ਦਿਓ। ਹਰਮਨ ਨੇ ਰਾਜੂ ਤੋਂ ਤੇ ਆਪਣੀ ਸੱਸ ਤੋਂ ਮਾਫ਼ੀ ਮੰਗੀ। ਉਸ ਦੀ ਸੱਸ ਨੇ ਕਿਹਾ ਕਿ ਰਾਜੂ ਤੂੰ ਇਸ ਨੂੰ ਮਾਫ਼ ਕਰ ਦੇ, ਅੱਗੇ ਤੋਂ ਇਹ ਨਹੀਂ ਕਰੇਗੀ। ਉਸਨੇ ਕਿਹਾ ਕਿ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਊਂਗੀ। ਰਾਜੂ ਨੇ ਹਰਮਨ ਦੇ ਮੂੰਹ ਤੋਂ ਇਹ ਗੱਲਾਂ ਸੁਣੀਆਂ ਤਾਂ ਕਮਲਾ ਜੀ ਨੇ ਕਿਹਾ, ਪੁੱਤ ਤੈਨੂੰ ਮੇਰੀ ਸਹੁੰ ਹੈ, ਇਸ ਨੂੰ ਦੂਜਾ ਮੌਕਾ ਦੇ। ਤੂੰ ਹਰਮਨ ਨੂੰ ਮਾਫ਼ ਕਰ ਦੇ। ਬਸ ਉਸ ਦੇ ਮਨ 'ਚ ਲਾਲਚ ਆ ਗਿਆ ਸੀ। ਮਾਂ ਦੀ ਗੱਲ ਸੁਣ ਕੇ ਰਾਜੂ ਨੇ ਹਰਮਨ ਨੂੰ ਦੂਜਾ ਮੌਕਾ ਦਿੱਤਾ। ਉਹ ਦਿਨ ਹੈ ਤੇ ਅੱਜ ਦਾ ਦਿਨ ਹੈ ਤੇ ਹਰਮਨ ਨੇ ਕਿਹਾ ਕਿਸੇ ਕਿੱਟੀ ਪਾਰਟੀ ਵਿੱਚ ਜਾਣਾ ਉਸਨੇ ਬੰਦ ਕਰ ਦਿੱਤਾ ਤੇ ਹੁਣ ਜਦੋਂ ਵੀ ਕਿਤੇ ਜਾਣਾ ਹੁੰਦਾ ਆਪਣੀ ਸੱਸ ਅਤੇ ਆਪਣੇ ਪਰਿਵਾਰ ਦੇ ਨਾਲ ਹੀ ਉਹ ਘੁੰਮਣ ਜਾਂਦੀ ਸੀ ਅਤੇ ਉਹ ਆਪਣੇ ਪਰਿਵਾਰ ਵਿੱਚ
ਖੁਸ਼ ਰਹਿੰਦੀ ਸੀ। ਜੋ ਜਿੰਨੇ ਪੈਸੇ ਰਾਜੂ ਉਸ ਨੂੰ ਕਮਾ ਕੇ ਦਿੰਦਾ ਉਸ ਵਿੱਚ ਖੁਸ਼ ਰਹਿੰਦੀ। ਦੋਸਤੋ, ਮਾਂ ਤਾਂ ਮਾਂ ਹੁੰਦੀ ਹੈ, ਚਾਹੇ ਘਰ ਵਾਲੇ ਦੀ ਹੋਵੇ ਜਾਂ ਆਪਣੀ ਮਾਂ ਨੂੰ ਅਸੀਂ ਇੰਨਾ ਸਨਮਾਨ ਦਿੰਦੇ ਹਾਂ ਤਾਂ ਕੀ ਉਹ ਸਨਮਾਨ ਅਸੀਂ ਆਪਣੀ ਸੱਸ ਨੂੰ ਨਹੀਂ ਦੇ ਸਕਦੇ? ਕਿਉਂਕਿ ਕੱਲ੍ਹ ਨੂੰ ਅਸੀਂ ਵੀ ਉਸ ਦੀ ਜਗ੍ਹਾ ਹੋਣਾ ਹੈ ਤੇ ਜੇ ਸਾਨੂੰ ਉਹ ਸਨਮਾਨ ਨਾ ਮਿਲੇ ਤਾਂ ਸੋਚੋ ਆਪਾਂ ਨੂੰ ਕਿੱਦਾਂ ਲੱਗੂਗਾ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ। ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।